ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ। अस्सलाम वालेकुम रावल न्यूज़ से तुहानू सारिਆਂ ਨੂੰ खुश आमदीद। ਅੱਜ ਸਾਡਾ ਪੰਜਾਬੀ ਦਿਨ ਹੈ, ਬਹੁਤ ਹੀ ਅੱਛੇ ਅੰਦਾਜ਼ ਨਾਲ ਮੁਲਕ ਪੂਰੇ ਵਿੱਚ ਜਿਹੜਾ ਹੈ ਆਪਣੀ ਪੰਜਾਬ ਦੀ ਸਕਾਫਤ ਨੂੰ ਹਰ ਅਦਾਰਾ ਬਹੁਤ ਅੱਛੇ ਤਰੀਕੇ ਨਾਲ ਦਿਖਾ ਰਿਹਾ ਹੈ। ਅੱਜ ਅਸੀਂ ਲਾਇਲਪੁਰ ਮਿਊਜ਼ੀਅਮ 'ਚ ਮੌਜੂਦ ਹਾਂ। ਇੱਥੇ ਵੀ ਬਹੁਤ ਹੀ ਖੂਬਸੂਰਤ ਅਕਾਸੀ ਕੀਤੀ ਗਈ ਹੈ ਆਪਣੇ ਪੰਜਾਬ ਦੇ ਕਲਚਰ ਦੀ। ਇੱਥੇ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਸਜਾਈਆਂ ਗਈਆਂ ਨੇ। ਲੋਕੀ ਵੀ ਵੱਡੀ ਤਾਦਾਦ ਨਾਲ ਆ ਰਹੇ ਨੇ, ਆਪਣੀ ਉਸ ਖੂਬਸੂਰਤ ਸਕਾਫਤ ਨੂੰ ਵੇਖ ਰਹੇ ਨੇ ਜਿਹੜੀ ਮਾਨ ਪੜਦੀ ਜਾ ਰਹੀ ਹੈ। ਨਾਲ ਨਾਲ ਤੁਹਾਨੂੰ ਦੱਸਦੀ ਜਾਵਾਂ ਕਿ ਉਹ ਚੀਜ਼ਾਂ ਇੱਥੇ ਨਜ਼ਰ ਆ ਰਹੀਆਂ ਨੇ ਜਿਹੜੀਆਂ ਸ਼ਾਇਦ ਅਸੀਂ ਆਪ ਵੀ ਕਦੀ ਨਹੀਂ ਦੇਖੀਆਂ, ਤੇ ਉਹ ਅੱਜ ਸਾਰੀਆਂ ਅਸੀਂ ਆਪ ਵੀ ਦੇਖਾਂਗੇ, ਤੁਹਾਨੂੰ ਵੀ ਦਿਖਾਵਾਂਗੇ। ਇਸ ਹਵਾਲੇ ਨਾਲ ਇੱਥੇ ਮੌਜੂਦ ਲੋਕ ਨੇ, ਉਹਨਾਂ ਕੋਲੋਂ ਪੁੱਛਦੇ ਹਾਂ ਕਿ ਅੱਜ ਦੇ ਦਿਨ ਦੇ ਹਵਾਲੇ ਨਾਲ ਉਹ ਕੀ ਕਹਿਣਗੇ। अस्सलाम वालेकुम जी वालेकुम अस्सलाम। अच्छा, मैंने दसो तुसी आज इत्थे आए हो, पंजाबी सकाफत ਨੂੰ ਵੇਖਣ ਆਏ ਹੋ, ਕੀ ਕਹੋਗੇ अपनी सकाफत ਦੇ बारे में? सकाफ़त तो बहुत अच्छी, एक्चुअली मैं तो कराची से हूँ और आज मुझे पता चला यहाँ पे कि सकाफ़त है तो ਤੇ ਜਦੋਂ ਸਕਾਫਤ ਹੈ ਤੇ ਅਸੀਂ ਕਿਉਂ ਨਾ ਪੰਜਾਬੀ ਬੋਲੀਏ। जी पंजाबी हुण आती नहीं है, देन ट्राई करते हैं। असी अपने दोस्त ਨੂੰ ਬੋਲੀ कि ओके लेट्स गो एंड ਜਿਹੜਾ ਅਸੀਂ ਦੇਖੇ ਹਾਂ कि ਹੁਣ सकाफ़त है कहती है, एक्चुअली होती क्या है। तो इधर बहुत अच्छी चीज़ें मौजूद हैं यहाँ पे। और असी देखें पखियाँ एक बहुत खूबसूरत लगी हैं और यहाँ पे बहुत चीज़ें अच्छे तरीके से दिखाई देती हैं। आई एम ट्राइंग कि मैं पंजाबी बोलूँ। ਸਭ ਤੋਂ ਸੋਹਣੀ ਗੱਲ ਤੇ ਹੈ ਕਿ ਦੇਖੋ ਜਿਹੜੇ ਲੋਕ ਪੰਜਾਬੀ ਬੋਲਦੇ ਹੀ ਨਹੀਂ ਉਹ ਪੰਜਾਬੀ ਬੋਲਣ ਦੀ ਟਰਾਈ ਕਰ ਰਹੇ ਨੇ, ਕਿੰਨੇ ਸੋਹਣੇ ਲੱਗ ਰਹੇ ਨੇ, ਉਹ ਤੇ ਤੁਸੀਂ ਸੁਣਿਆ ਹੀ ਹੈ। ਇਸ ਹਵਾਲੇ ਨਾਲ ਹੋਰ ਵੀ ਇੱਥੇ ਲੋਕ ਮੌਜੂਦ ਨੇ, ਉਹਨਾਂ ਕੋਲੋਂ ਜਾਣਦੇ ਆ ਕਿ ਉਹ ਕਿ ਪੰਜਾਬੀ ਦਿਨ ਦੇ ਹਵਾਲੇ ਨਾਲ ਕਹਿੰਦੇ ਨੇ। ਅੱਛਾ ਸਰ, ਤੁਸੀਂ ਦੱਸੋ ਕਿ ਤੁਸੀਂ ਇੱਥੇ ਆਏ ਹੋ, ਕੀ ਦੇਖਿਆ ਹੈ, ਕੀ ਕਹੋਗੇ ਆਪਣੇ ਪੰਜਾਬੀ ਸਕਾਫਤ ਦੇ ਬਾਰੇ? अस्सलाम वालेकुम। जैसा कि साढ़े भरा ने आख्या है कि सानू पता लग गया कि आज सकाफत का दिन है, तो असी इत्थे आए ने तो वेख के बड़ी खुशी हुई है। तो बहुत बहुत चीज़ें नज़र आ रही हैं इत्थे और अच्छा लग रहा है बहरहाल देख कर, क्योंकि हमें सकाफत करना पता नहीं था, तो अब जो है वो पता चल रहा है। जैसा कि तुसीं सुनिया कि देख लो कि लोग ਜਿਹੜੇ ਨੇ ਆਪਣੀ ਸਕਾਫਤ ਤੋਂ ਕਾਫੀ ਦੂਰ ਹੋ ਗਏ ਨੇ। ਉਹਦੀ ਵਜ੍ਹਾ ਕੀ ਹੈ ਕਿ ਸਕਾਫਤ ਨਜ਼ਰ ਹੀ ਬਹੁਤ ਘੱਟ ਆ ਰਹੀ ਹੈ। ਜਦੀਦ ਦੌਰ ਦੀਆਂ ਜਦੀਦ ਚੀਜ਼ਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੀ ਜਗ੍ਹਾ ਲੈ ਲਈ ਹੈ। ਜਿਵੇਂ ਕਿ ਮਿੱਟੀ ਦਾ ਬਣਿਆ ਹੋਇਆ ਘਰ ਤੁਹਾਨੂੰ ਮੇਰੇ ਪਿੱਛੇ ਨਜ਼ਰ ਆ ਰਿਹਾ ਹੈ, ਇਸੇ ਤਰ੍ਹਾਂ ਮਿੱਟੀ ਦੇ ਬਰਤਨ ਨੇ ਇੱਥੇ, ਮਦਾਨੀ ਹੈ, ਚੁੱਲ੍ਹਾ ਹੈ, ਹਾਂਡੀ ਹੈ, ਉਹਦੇ ਵਿੱਚ ਡੋਈ ਰੱਖੀ ਗਈ ਹੈ। ਇਸ ਮਦਾਨੀ ਵਿੱਚ ਜਿਹੜਾ ਹੈ ਦੁੱਧ ਬਣਾਇਆ ਜਾਂਦਾ ਹੈ। ਤੇ ਉਸ ਹਵਾਲੇ ਨਾਲ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ, ਖੂਬਸੂਰਤ ਚੀਜ਼ਾਂ ਨੇ ਜਿਨ੍ਹਾਂ ਦੀ ਇੱਥੇ ਅਕਾਸੀ ਕੀਤੀ ਗਈ ਹੈ। ਇੱਥੇ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ। ਨਾਲ ਤੁਹਾਨੂੰ ਦੱਸਾਂ ਕਿ ਉਹ ਸਾਡੇ ਨਾਲ ਇੱਥੇ ਮੁਟਿਆਰ ਮੌਜੂਦ ਹੈ ਜਿਹਨੇ ਤਮਾਮ ਤਰ ਜਿਹੜੀ ਸਜਾਵਟ ਹੈ ਆਪਣੀ ਸਕਾਫਤ ਉਹਨੇ ਖੂਬਸੂਰਤ ਅੰਦਾਜ਼ ਨਾਲ ਸਜਾਇਆ ਹੋਇਆ। ਅਸੀਂ ਤੁਹਾਨੂੰ ਉਹਦੇ ਨਾਲ ਵੀ ਮਿਲਵਾਉਂਦੇ ਹਾਂ ਔਰ ਉਹਨਾਂ ਕੋਲੋਂ ਜਾਣਦੇ ਹਾਂ ਕਿ ਉਹਨੇ ਆਪਣੀ ਕਲਚਰ ਦੇ ਰੰਗ ਕਿਸ ਤਰ੍ਹਾਂ ਵਿਖੇਰੇ ਨੇ। ਉਹਨੂੰ ਦਿਲ ਵਾਲੇ ਰੰਗਲੇ ਪਲੰਗ ਤੇ ਬਿਠਾਵਾਂਗੀ, ਚੱਲਾਂਗੀ ਪਰਖੀਆਂ। ਜੀ ਤੇ ਸੋਹਣੀ ਸੁਨੱਖੀ ਮਠਿਆਰ, ਸਿਰ ਤੋਂ ਪੈਰਾਂ ਤੱਕ ਸਕਾਫਤ ਦਾ ਰੰਗ ਆਪਣੀ ਅਕਾਸੀ ਕਰਦੇ ਹੋਏ ਸਕਾਫਤ ਦੀ ਨਜ਼ਰ ਆ ਰਹੀ ਹੈ। ਉਹਨਾਂ ਕੋਲੋਂ ਜਾਣਦੇ ਹਾਂ ਕਿਸ ਤਰ੍ਹਾਂ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਜਾਈਆਂ ਨੇ ਸਾਡੇ ਵਾਸਤੇ, ਇਹਨਾਂ ਲੋਕਾਂ ਵਾਸਤੇ ਜਿਹੜੇ ਸਕਾਫਤ ਤੋਂ ਬਹੁਤ ਸਾਰੇ ਦੂਰ ਨੇ। ਉਹਨਾਂ ਕੋਲੋਂ ਮਜ਼ੀਦ ਇਹਨਾਂ ਦੇ ਬਾਰੇ ਪੁੱਛਦੇ ਹਾਂ। ਅੱਛਾ, ਤੁਸੀਂ ਮੈਨੂੰ ਦੱਸੋ ਕਿ ਇੰਨੀ ਖੂਬਸੂਰਤੀ ਨਾਲ ਤੁਸੀਂ ਆਪਣੀ ਸਕਾਫਤ ਨੂੰ ਸਜਾਇਆ ਹੋਇਆ ਹੈ, ਆਪ ਵੀ ਮਾਸ਼ਾਅੱਲਾ ਇੰਨੀ ਸੋਹਣੀ ਮਠਿਆਰ ਲੱਗ ਰਹੇ ਹੋ, ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦੇ ਹਵਾਲੇ ਨਾਲ? ਜੀ ਬਹੁਤ ਸ਼ੁਕਰੀਆ। ਅਸੀਂ ਰੱਜ ਕੇ ਬੋਲਦੇ ਹਾਂ, ਕੋਈ ਹੋਰ ਬੋਲੀ ਨਹੀਂ। ਅਸੀਂ ਪੰਜਾਬੀ ਹਾਂ ਅਤੇ ਪੰਜਾਬੀ ਬੋਲਦੇ ਹਾਂ। ਜਿਸ ਤੁਸੀਂ ਜਾਣਦੇ ਹੋ ਕਿ ਅੱਜ ਪੰਜਾਬੀ ਸਕਾਫਤ ਦਾ ਦਿਹਾੜ ਮਨਾਇਆ ਜਾ ਰਿਹਾ ਹੈ, ਅਤੇ ਲਾਇਲਪੁਰ ਮਿਊਜ਼ੀਅਮ ਦੇ ਸੰਗ ਤੁਹਾਨੂੰ ਉਹ ਸਕਾਫਤ ਦੇ ਸਾਰੇ ਰੰਗ ਨਜ਼ਰ ਆਉਣਗੇ। ਅਤੇ ਲਾਇਲਪੁਰ ਮਿਊਜ਼ੀਅਮ ਚੂँਕਿ ਸਕਾਫਤ ਦਾ ਇੱਕ ਪ੍ਰਚਾਰ ਕਰਦਾ ਹੈ, ਅਤੇ ਇਸ ਟਾਈਮ ਜਿਸ ਕੋਰਨਰ 'ਚ ਤੁਸੀਂ ਖੜ੍ਹੇ ਹੋ, ਸਾਂਦਲਬਾਦ ਦੀ ਸਕਾਫਤ, ਉਹਦੀ ਹਿਸਟਰੀ, ਉਹਦਾ ਕਲਚਰ ਦਿਖਾ ਰਿਹਾ। ਅਗਰ ਤੁਹਾਨੂੰ ਅਸੀਂ ਦਿਖਾਈਏ ਕਿ ਉਸ ਦੌਰ ਦੇ ਦਿਹਾਤ ਕਿਸ ਤਰ੍ਹਾਂ ਦੇ ਹੁੰਦੇ ਸੀ, ਵੱਡੀਆਂ ਵੱਡੀਆਂ ਹਵੇਲੀਆਂ ਹੁੰਦੀਆਂ ਸੀ, ਉੱਚੇ ਉੱਚੇ ਘਰ ਹੁੰਦੇ ਸੀ, ਲੇਕਿਨ ਮਿੱਟੀ ਦੇ ਬਣੇ ਹੋਏ ਹੁੰਦੇ ਸੀ। ਅਤੇ ਇਨਸਾਨ ਜਿਹੜੇ ਸੀ ਬੜੇ ਖਰੇ ਹੁੰਦੇ ਸੀ, ਸੁੱਚੇ ਹੁੰਦੇ ਸੀ, ਇੱਕ ਦੂਸਰੇ ਨਾਲ ਪਿਆਰ ਮੁਹੱਬਤ ਦਾ ਇਜ਼ਹਾਰ ਕਰਦੇ ਸੀ। ਅਤੇ ਹੁਣ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਚੀਜ਼ਾਂ ਭੁੱਲ ਗਈ ਹੈ। ਉਹਨਾਂ ਨੂੰ ਨਹੀਂ ਪਤਾ ਕਿ ਦਿਹਾਤ ਦਾ ਕਲਚਰ ਕੀ ਹੁੰਦਾ ਹੈ, ਪੰਜਾਬੀ ਸਕਾਫਤ ਕੀ ਹੁੰਦੀ ਹੈ। ਅਤੇ ਉਹੀ ਸਾਰਾ ਅਸੀਂ ਇੱਥੇ ਦਿਖਾਇਆ ਗਿਆ ਹੈ ਕਿ ਉਸ ਦੌਰ 'ਚ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਮਾਵਾਂ ਭੈਣਾਂ ਜੋ ਹੈ ਨਾ ਬੜੀ ਰੀਝ ਦੇ ਨਾਲ ਛਾਬੇ ਬਣਾਇਆ ਕਰਦੀਆਂ ਸੀ। ਅਤੇ ਕੋਈ ਬਹੁਤ ਜ਼ਿਆਦਾ ਖਾਸ ਪਰੋਣਾ, ਕੋਈ ਮਹਿਮਾਨ, ਕੋਈ ਘਰ ਜਵਾਈ ਟਾਈਪ ਆ ਜਾਂਦਾ ਸੀ, ਅਤੇ ਇਸ ਤਰ੍ਹਾਂ ਦੇ ਛਾਬੇ ਉਸ ਵਕਤ ਨਿਕਾਲੇ ਜਾਂਦੇ ਸੀ। ਇਹ ਉਹ ਕਲਚਰ ਅਸੀਂ ਇੱਥੇ ਦਿਖਾਇਆ ਹੋਇਆ ਹੈ। ਅਤੇ ਸਾਥ ਹੀ ਸਾਥ ਗਾਉਂ ਦੇ ਮਿੱਟੀ ਦੇ ਕੱਚੇ ਬਰਤਨ, ਉਹਦਾ ਇਜ਼ਹਾਰ ਕੀਤਾ ਗਿਆ ਹੈ। ਸਾਥ ਹੀ ਸਭ ਤੋਂ ਪਿਆਰੀ
ਚੀਜ਼ ਤੁਸੀਂ ਗਾਣਿਆਂ 'ਚ ਟੱਪਿਆਂ 'ਚ ਵੀ ਸੁਣਿਆ ਹੋਏਗਾ ਕਿ ਚੱਲਾਂਗੀ ਮੈਂ ਪੱਖੀਆਂ, ਤੇ ਇਹ ਉਹੀ ਪੱਖੀਆਂ ਹੈ ਜਿਹੜੀ ਪੰਜਾਬੀ ਸਕਾਫਤ ਦਾ ਪ੍ਰਚਾਰ ਕਰਦੀਆਂ ਹੈ। ਇਸ ਦੇ ਨਾਲ ਨਾਲ ਹਾਂਡੀ, ਮਿੱਟੀ ਦੀ ਹਾਂਡੀ ਹੁੰਦੀ ਸੀ, ਲੱਕੜੀਆਂ ਜਲਾਈਆਂ ਜਾਂਦੀਆਂ ਸੀ, ਤੇ ਇਸ ਹਾਂਡੀ 'ਚ ਕਿਸ ਤਰ੍ਹਾਂ ਸਖੀਆਂ ਜੇ ਬੈਠ ਕੇ ਗੱਪਸ਼ਪ ਲਾਉਂਦੀਆਂ ਹੁੰਦੀਆਂ ਸੀ, ਸਾथ ਸਾथ ਲੱਕੜੀ ਚਲਾਉਂਦੀਆਂ ਸੀ, ਸਾथ ਸਾथ ਹਾਂਡੀ। ਤੇ ਹਾਂਡੀ 'ਚ ਖਾਸ ਕਰ ਮਿੱਟੀ ਦੀ ਹਾਂਡੀ 'ਚ ਕੀ ਚੀਜ਼ਾਂ ਬਣਦੀਆਂ ਸੀ, ਗੰਦਲਾਂ ਦਾ ਸਾਗ ਤੇ ਮੱਖਣ ਮਕਈ, ਤੇ ਜਦੋਂ ਸਾਰੇ ਰਲ ਕੇ ਖਾਂਦੇ ਸੀ ਤੇ ਸਵਾਦ ਆ ਜਾਂਦਾ ਸੀ। ਇਹ ਉਹੀ ਸਕਾਫਤ ਅਸੀਂ ਇੱਥੇ ਪ੍ਰਚਾਰ ਕੀਤਾ ਹੋਇਆ। ਤੇ ਤੁਸੀਂ ਜਿਸ ਤਰ੍ਹਾਂ ਦੇ ਗਾਉਂ ਦੀ ਮੁਟਿਆਰ ਦੀ ਗੱਲ ਕੀਤੀ ਹੈ, ਤੇ ਗਾਉਂ ਦੀ ਮੁਟਿਆਰ ਦੀ ਗੱਲ ਕਰੀਏ ਤੇ ਗਾਉਂ ਦੀ ਚਾਟੀ ਦੀ ਲੱਸੀ ਦੀ ਗੱਲ ਨਾ ਕਰੀਏ ਤੇ ਇਹ ਹੋ ਨਹੀਂ ਸਕਦਾ ਕਿ ਕਿਸ ਤਰ੍ਹਾਂ ਜੇ ਮਟਿਆਰਾਂ ਜੋ ਹੈ ਇਹ ਚਾਟੀ ਦੀਆਂ ਰੱਸੀਆਂ ਖੇਸਦੀਆਂ ਸੀ, ਤੇ ਇੱਕ ਬੜਾ ਪਿਆਰਾ ਆਵਾਜ਼ ਆਉਂਦੀ ਸੀ, ਇੱਕ ਮੌਸੀਕੀ ਦਾ ਆਵਾਜ਼ ਆਉਂਦੀ ਸੀ। ਤੇ ਇਹ ਉਹ ਚਾਟੀ ਅਸੀਂ ਇੱਥੇ ਰੱਖੀ ਹੈ ਕਿ ਕਿਸ ਤਰ੍ਹਾਂ ਸੇ ਗਾਉਂ 'ਚ ਉਹ दूध ਤੇ ਮੱਖਣ ਮਕਈ ਇਹਦੇ ਵਿੱਚੋਂ ਨਿਕਾਲਿਆ ਜਾਂਦਾ ਸੀ। ਇਸ ਤਰ੍ਹਾਂ ਉਸ ਦੌਰ 'ਚ ਇਲੈਕਟ੍ਰਿਕ ਚੀਜ਼ਾਂ ਤੇ ਨਹੀਂ ਇੰਨੀਆਂ ਹੁੰਦੀਆਂ ਸੀ, ਤੇ ਉਸ ਦੌਰ ਦੇ ਕੜੇ ਕਿ ਕਿਸ ਤਰ੍ਹਾਂ ਸੇ ਸਖੀਆਂ ਮਿਲ ਕੇ ਦੂਰ ਦਰਾਜ਼ ਤੋਂ ਪਾਣੀ ਲੈ ਕੇ ਆਉਂਦੀਆਂ ਸੀ, ਇੰਨੀ ਜ਼ਿਆਦਾ ਸਹੂਲਤ ਨਹੀਂ ਹੁੰਦੀ ਸੀ। ਔਰ ਇਸ ਕੜੇ ਦੀ ਇਹ ਵੀ ਤੇ ਬਹੁਤ ਅੱਛੀ ਪਹਿਚਾਣ ਹੈ ਕਿ ਅੱਜ ਸਾਨੂੰ ਫਰਿੱਜਾਂ ਦੀ ਲੋੜ ਹੈ, ਲੇਕਿਨ ਉਦੋਂ ਫਰਿੱਜਾਂ ਦੀ ਲੋੜ ਨਹੀਂ ਸੀ। ਉਦੋਂ ਇਹ ਕੜੇ ਹੀ ਸਨ ਜਿਹੜੇ ਪਾਣੀਆਂ ਨੂੰ ਠੰਡਾ ਰੱਖਦੇ ਸਨ ਤੇ ਮਜ਼ੇਦਾਰ ਪਾਣੀ ਪੀਵੀਦਾ ਸੀ। ਬਿਲਕੁਲ ਐਸੇ ਹੀ ਇਸ ਕੜੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਸਾਡੀਆਂ ਬਹੁਤ ਸਾਰੀਆਂ ਫੋਕ ਕਹਾਣੀਆਂ ਵੀ ਇਸ ਨਾਲ ਜੁੜੀਆਂ ਹੈ, ਜਿਨ੍ਹਾਂ ਦਾ ਇੱਥੇ ਅਸੀਂ ਰਿਪਰੈਜ਼ੈਂਟ ਵੀ ਕੀਤਾ ਹੋਇਆ। ਨਾਲੇ ਨਾਲ ਜਿੱਥੇ ਸਕਾਫਤ ਦੀ ਗੱਲ ਹੋਈ ਤੇ ਖੇਲ ਦੀ ਗੱਲ ਨਾ ਹੋਇਆ ਹੋ ਹੀ ਨਹੀਂ ਸਕਦਾ। ਤੇ ਪੰਜਾਬੀ ਸਕਾਫਤ ਦੇ ਜਿਹੜੇ ਤਗੜੇ ਕਿਸਮ ਦੇ ਖੇਲ ਆ ਉਹ ਇੱਥੇ ਦਿਖਾਏ ਗਏ ਆ ਕਿ ਨੇਜ਼ਾਬਾਜ਼ੀ ਤੁਸੀਂ ਦੇਖ ਸਕਦੇ ਹੋ। ਨੇਜ਼ਾਬਾਜ਼ੀ ਪੰਜਾਬ ਦੀ ਸਕਾਫਤ ਦਾ ਖੇਲ ਹੁੰਦਾ ਸੀ, ਉਹ ਦਿਖਾਇਆ ਗਿਆ। ਪਹਿਲਵਾਨ ਜਿਹੜੇ ਸੀ ਕੁਸ਼ਤੀ ਕਰਦੇ ਸੀ, ਉਹ ਦਿਖਾਏ ਗਏ ਆ। ਤੇ ਗਾਉਂ 'ਚ ਜਿਹੜੀ ਹੈ ਦੌੜ ਹੁੰਦੀ ਸੀ, ਉਹਦਾ ਇਜ਼ਹਾਰ ਕੀਤਾ ਜਾਂਦਾ ਹੈ। ਗਿੱਲੀ ਡੰਡਾ ਖੇਲਿਆ ਜਾਂਦਾ ਸੀ, ਉਹ ਬੜਾ ਮਜ਼ੇਦਾਰ ਕਿਸਮ ਦਾ ਇੱਕ ਖੇਲ ਹੁੰਦਾ ਸੀ, ਉਹ ਵੀ ਅਸੀਂ ਇੱਥੇ ਦਿਖਾਇਆ ਗਿਆ। ਤੇ ਨਾਲ ਹੀ ਨਾਲ ਅਗਰ ਅਸੀਂ ਖੇਲ ਦੀ ਗੱਲ ਕਰ ਰਹੇ ਹਾਂ ਤੇ ਖਿਡੌਣਿਆਂ ਦੀ ਵੀ ਗੱਲ ਕਰ ਲੈਂਦੇ ਹਾਂ। ਟੈਰਾਕੋਟਾ ਯਾਨੀ ਮਿੱਟੀ ਦੇ ਖਿਡੌਣੇ, ਇਹ ਵੀ ਸਾਡੀ ਪੰਜਾਬੀ ਸਕਾਫਤ ਦਾ ਇੱਕ ਬੜਾ ਮਜ਼ੇਦਾਰ ਹਿੱਸਾ ਹੈ ਕਿ ਇਹ ਮਿੱਟੀ ਦੇ ਨਾਲ ਜਿਹੜੇ ਨਾ ਗੁੱਗੂ ਘੋੜੇ ਬਣਾਏ ਜਾਂਦੇ ਸੀ। ਫਿਰ ਆ ਰੇੜਾ, ਇਸ ਤਰ੍ਹਾਂ ਦੇ ਛਿਨਕਣੇ, ਝੁੰਝਣਾ ਵਗੈਰਾ। ਮਤਲਬ ਉਸ ਦੌਰ 'ਚ ਉਹ ਸਕਾਫਤ ਇੱਥੇ ਦਿਖਾਈ ਗਈ ਹੈ ਕਿ ਉਸ ਦੌਰ 'ਚ ਇਹੋ ਜਿਹੇ ਇਲੈਕਟ੍ਰਿਕ ਖਿਡੌਣੇ ਨਹੀਂ ਹੁੰਦੇ ਸੀ, ਮੋਬਾਈਲ ਨਹੀਂ ਹੁੰਦਾ ਸੀ, ਲੇਕਿਨ ਖੇਡਣ ਵਾਸਤੇ ਇਹ ਵਾਲੇ ਖਿਡੌਣੇ ਹੁੰਦੇ ਸੀ ਜਿਹਦਾ ਇੱਕ ਆਪਣਾ ਹੀ ਮਜ਼ਾ ਹੁੰਦਾ ਸੀ। ਜੀ, ਤੇ ਤੁਸੀਂ ਸੁਣਿਆ ਕਿ ਕਿੰਨੇ ਖੂਬਸੂਰਤ ਅੰਦਾਜ਼ ਨਾਲ ਇਹਨਾਂ ਨੇ ਸਾਡੀ ਸਕਾਫਤ ਨੂੰ ਬਿਆਨ ਕੀਤਾ ਹੈ, ਸਾਨੂੰ ਸਮਝਾਇਆ ਹੈ। ਉਮੀਦ ਕਰਦੇ ਹਾਂ ਕਿ ਇਹ ਜਿੰਨੀਆਂ ਵੀ ਗੱਲਾਂ ਇਹਨਾਂ ਨੇ ਤੁਹਾਨੂੰ ਸਮਝਾਈਆਂ ਨੇ, ਇਹਨਾਂ ਤੋਂ ਤੁਹਾਨੂੰ ਆਪਣੀ ਸਕਾਫਤ ਦੀ ਕਾਫੀ ਹੱਦ ਤੱਕ ਸਮਝ ਆ ਗਈ ਹੋਏਗੀ। ਔਰ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਪ੍ਰੋਗਰਾਮ ਵੀ ਪਸੰਦ ਆਇਆ ਹੋਏਗਾ। ਇਹਦੇ ਨਾਲ ਮੈਨੂੰ ਦਿਓ ਇਜਾਜ਼ਤ, ਇਨਸ਼ਾਅੱਲਾ ਫਿਰ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਨਾਲ। ਅੱਲਾ ਹਾਫਿਜ਼।